खेती कानूनां ਦਾ ਵਿਰੋਧ ਕਰਕੇ ਕਿਸਾਨ ਨੇਤਾ ਕਿਤੇ 1991 ਦੇ ਕਾਰੋਬਾਰੀਆਂ ਦੇ ਵਰਗੀ ਭੁੱਲ ਤਾਂ ਨਹੀਂ ਕਰ ਰਹੇ। 1991 ਦੇ ਵਿੱਚ ਨਰਸਿੰਘ ਰਾਓ ਮਨਮੋਹਨ ਸਿੰਘ ਦੇ ਆਰਥਿਕ ਸੁਧਾਰਾਂ ਦਾ ਵਿਰੋਧ ਰਾਜਨੀਤਿਕ ਦਲਾਂ ਦੇ ਨਾਲ ਦੇਸੀ ਕਾਰੋਬਾਰੀਆਂ ਨੇ ਵੀ ਕੀਤਾ ਸੀ। ਅੱਜ 30 ਸਾਲ ਬਾਅਦ ਦੇਸ਼ ਉਹਨਾਂ ਸੁਧਾਰਾਂ ਦਾ ਕਾਇਲ ਹੋ ਚੁੱਕਿਆ ਹੈ। 2021 ਦੇ ਵਿੱਚ ਅਰਥ ਸ਼ਾਸਤਰੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਆਰਥਿਕ ਸੁਧਾਰਾਂ ਨੇ ਗਰੀਬੀ ਘਟਾਉਣ ਤੇ ਆਮ ਜਨਤਾ ਦੀ ਆਮਦਨ ਵਧਾਉਣ ਦੇ ਦਰਵਾਜ਼ੇ ਖੋਲ੍ਹੇ ਨੇ, ਉਸੇ ਤਰ੍ਹਾਂ ਖੇਤੀ ਕਾਨੂੰਨ ਕਿਸਾਨਾਂ ਦੀ ਕਿਸਮਤ ਬਦਲ ਦੇਣਗੇ। ਨਵੇਂ ਖੇਤੀ ਕਾਨੂੰਨਾਂ ਨੂੰ ਅੱਜ ਇੱਕ ਨਵੀਂ ਨਜ਼ਰ ਦੇ ਨਾਲ ਦੇਖਣ ਦੀ ਲੋੜ ਹੈ। ਇਸੇ ਦੇ ਲਈ ਠੀਕ 30 ਸਾਲ ਪਹਿਲਾਂ ਦੇ ਭਾਰਤ ਦੇ ਹਾਲਾਤਾਂ ਦੇ ਵੱਲ ਵੀ ਦੇਖਣਾ ਹੋਵੇਗਾ। ਉਦੋਂ ਵੀ ਦੇਸ਼ ਦੇ ਵਿੱਚ ਗਹਿਰਾ ਸੰਕਟ ਸੀ। ਚੰਦਰ ਸ਼ੇਖਰ ਸਰਕਾਰ ਸੀ। ਦੇਸ਼ ਦਾ ਸੋਨਾ ਵੀ ਗਿਰਵੀ ਰੱਖਿਆ ਜਾ ਚੁੱਕਿਆ ਸੀ। ਪਤਾ ਨਹੀਂ ਸੀ ਦੇਸ਼ ਕਿੱਧਰ ਜਾਵੇਗਾ। ਠੀਕ ਆਮ ਚੋਣਾਂ ਦੇ ਦੌਰਾਨ ਹੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਅਜਿਹੇ ਰਾਜਨੀਤਿਕ ਆਰਥਿਕ ਸੰਕਟ ਦੇ ਵਿਚਾਲੇ ਪੀਵੀ ਨਰਸਿੰਘ ਰਾਓ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ, ਪਰ ਨਰਸਿੰਘ ਰਾਓ ਨੇ ਸਾਹਸੀ ਕਦਮ ਚੁੱਕੇ। ਇੱਕ ਜਾਣੇ-ਮਾਣੇ ਅਰਥਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ। ਉਹਨਾਂ ਨੇ ਦੇਸ਼ ਨੂੰ ਸੰਕਟ ਦੇ ਮਹਾਸਾਗਰ ਤੋਂ ਕੱਢਣ ਦੀ ਜ਼ਿੰਮੇਵਾਰੀ ਸੌਂਪੀ। ਉਹਨਾਂ ਨੇ ਭਾਰਤੀ ਉਦਯੋਗਾਂ ਦੇ ਲਈ ਬੇੜੀਆਂ ਬਣੇ ਲਾਇਸੈਂਸ ਰਾਜ ਨੂੰ ਖਤਮ ਕਰਨ ਦੇ ਫੈਸਲੇ ਕੀਤੇ। ਉਹਨਾਂ ਤੇ ਅਮਲ ਕੀਤਾ ਗਿਆ। ਅੱਜ ਪੂਰੀ ਦੁਨੀਆ ਜਾਣਦੀ ਹੈ ਕਿ ਭਾਰਤ ਦੇ ਲਈ 1991 ਦਾ ਸਾਲ ਕਿੰਨਾ ਮਹੱਤਵਪੂਰਨ ਸੀ। ਪਰ ਜਦੋਂ ਨਰਸਿੰਘ ਰਾਓ ਮਨਮੋਹਨ ਸਿੰਘ ਦੀ ਜੋੜੀ ਨਵੇਂ ਸੁਧਾਰ ਲਾਗੂ ਕਰ ਰਹੀ ਸੀ, ਜਿਨ੍ਹਾਂ ਨੂੰ ਐਲਪੀਜੀ ਰਿਫਾਰਮ ਯਾਨੀ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਸੁਧਾਰ ਕਿਹਾ ਗਿਆ, ਤਾਂ ਚਾਰੇ ਪਾਸਿਆਂ ਤੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਮਜ਼ੇਦਾਰ ਗੱਲ ਇਹ ਹੈ ਕਿ ਵਿਰੋਧ ਕਾਂਗਰਸ ਦੇ ਅੰਦਰ ਤੋਂ ਵੀ ਹੋਣ ਲੱਗਿਆ। ਇਹਨਾਂ ਦੇ ਵਿੱਚ ਖੱਬੇ ਪੱਖੀਆਂ ਤੋਂ ਲੈ ਕੇ ਦੱਖਣ ਪੱਖੀਆਂ ਤੱਕ ਧੁਰ ਵਿਰੋਧੀ ਵਿਚਾਰਤਾਵਾਂ ਦੇ ਸਿਆਸੀ ਦਲ ਵੀ ਸ਼ਾਮਲ ਸਨ। ਉਹਨਾਂ ਨੇ ਡਰਾਇਆ ਸੀ ਕਿ ਇਹ ਨਿੱਜੀਕਰਨ ਦੀਆਂ ਨੀਤੀਆਂ ਭਾਰਤੀ ਉਦਯੋਗਾਂ ਨੂੰ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਦਾ ਗੁਲਾਮ ਬਣਾ ਕੇ ਛੱਡਣਗੀਆਂ। ਉਦਯੋਗ ਹੀ ਨਹੀਂ, ਇੱਕ ਦਿਨ ਦੇਸ਼ ਵੀ ਵਿਦੇਸ਼ੀ ਕੰਪਨੀਆਂ ਦਾ ਗੁਲਾਮ ਬਣ ਜਾਵੇਗਾ। ਉਹ ਇਹਨਾਂ ਸੁਧਾਰਾਂ ਦੀ ਤੁਲਨਾ 250 ਸਾਲ ਪਹਿਲਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਭਾਰਤ ਆਉਣ ਅਤੇ ਫਿਰ ਭਾਰਤ ਦੇ ਉਦਯੋਗ ਧੰਦਿਆਂ ਤੋਂ ਲੈ ਕੇ ਦੇਸ਼ ਦੀ ਸੱਤਾ ਤੱਕ ਕਬਜ਼ਾ ਜਮਾਉਣ ਦੇ ਨਾਲ ਕਰਨ ਲੱਗੇ। ਨਵੇਂ ਆਰਥਿਕ ਸੁਧਾਰਾਂ ਦਾ ਵਿਰੋਧ ਸਿਰਫ ਸਿਆਸੀ ਦਲ ਹੀ ਨਹੀਂ, ਕਈ ਭਾਰਤੀ ਉਦਯੋਗਪਤੀ ਵੀ ਕਰ ਰਹੇ ਸਨ। ਇਹ ਅਜਿਹੇ ਉਦਯੋਗਪਤੀ ਸਨ ਜੋ ਭਾਰਤ ਦੇ ਵਿੱਚ ਲਾਇਸੈਂਸੀ ਰਾਜ ਦੇ ਦਮ ਤੇ ਫਲੇ ਫੁੱਲੇ ਸਨ। ਇਹਨਾਂ ਉਦਯੋਗਪਤੀਆਂ ਦੀ ਚਿੰਤਾ ਭਾਰਤ ਦੇ ਮੱਧ ਤੇ ਛੋਟੇ ਧੰਦਿਆਂ ਨੂੰ ਲੈ ਕੇ ਨਹੀਂ ਸੀ, ਆਪਣੀ ਜ਼ਮੀਨ ਬਚਾਉਣ ਦੀ ਸੀ। ਕਿਉਂਕਿ ਜੇਕਰ ਵਿਦੇਸ਼ੀ ਕੰਪਨੀਆਂ ਆਉਣਗੀਆਂ ਤਾਂ ਵਿਦੇਸ਼ੀ ਨਿਵੇਸ਼ ਆਵੇਗਾ, ਤਾਂ ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਵੀ ਉਤਰਨਾ ਪਵੇਗਾ। ਪਰ ਇਹ ਤਾਂ ਸਰਕਾਰੀ ਸਬਸਿਡੀ ਤੇ ਨੀਤੀਆਂ ਦੇ ਦਮ ਤੇ ਮੁਨਾਫਾ ਕਮਾਉਂਦੇ ਸਨ, ਸ਼ੁੱਧ ਵਪਾਰ ਤੇ ਨਹੀਂ। ਸੰਖੇਪ ਦੇ ਵਿੱਚ ਕਹੀਏ ਤਾਂ ਨਰਸਿੰਘ ਰਾਓ ਸਰਕਾਰ ਘਾਟੇ ਦੇ ਵਿੱਚ ਸੀ, ਪਰ ਫਿਰ ਵੀ ਡਰੀ ਨਹੀਂ। ਨਵੇਂ ਕਦਮ ਪਿੱਛੇ ਖਿੱਚਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਸਰਕਾਰ ਨੂੰ ਇੱਕ ਹੀ ਕਾਰਜਕਾਲ ਮਿਲਿਆ, ਪਰ ਉਹ ਆਰਥਿਕ ਸੁਧਾਰਾਂ ਦੇ ਨਾਲ ਭਾਰਤ ਨੂੰ ਅੱਗੇ ਵਧਾਉਣ ਦੀ ਜ਼ਮੀਨ ਤਿਆਰ ਕਰ ਚੁੱਕੇ ਸਨ। ਆਉਣ ਵਾਲੇ ਕੁਝ ਹੀ ਸਾਲਾਂ ਦੇ ਵਿੱਚ ਤਸਵੀਰ ਬਦਲਣ ਲੱਗੀ। ਨਵੀਂ ਸਦੀ ਸ਼ੁਰੂ ਹੋਈ ਤਾਂ ਦੁਨੀਆ ਵੀ ਭਾਰਤ ਦਾ ਲੋਹਾ ਮੰਨਣ ਲੱਗੀ। ਦੁਨੀਆ ਵੀ ਕਹਿਣ ਲੱਗੀ ਕਿ ਇਹ ਸਦੀ ਚੀਨ ਤੇ ਭਾਰਤ ਦੀ ਹੈ। ਨਰਸਿੰਘ ਰਾਓ ਮਨਮੋਹਨ ਸਿੰਘ ਦੇ ਸ਼ੁਰੂ ਕੀਤੇ ਗਏ ਸੁਧਾਰਾਂ ਤੋਂ ਬਾਅਦ ਦੇ ਵਿੱਚ ਦੇਵੇ ਗੌੜਾ, ਗੁਜਰਾਲ ਅਤੇ ਵਾਜਪੇਈ ਸਰਕਾਰਾਂ ਨੇ ਵੀ ਇਸ ਨੂੰ ਅੱਗੇ ਵਧਾਇਆ। ਅਸੀਂ ਜਾਣਦੇ ਹਾਂ ਕਿ ਬੇੜੀਆਂ ਕੱਟਣ ਦੇ ਨਾਲ ਭਾਰਤੀ ਉਦਯੋਗ ਮੁਕਤ ਹੋਏ ਨੇ। ਨਵੇਂ ਨਿਵੇਸ਼ ਦੇ ਨਾਲ ਉਹਨਾਂ ਨੂੰ ਤਰੱਕੀ ਵੀ ਕੀਤੀ ਹੈ। ਸਿਰਫ ਉਦਯੋਗ ਹੀ ਨਹੀਂ, ਸਭ ਤੋਂ ਵੱਧ ਫਾਇਦਾ ਤਾਂ ਆਮ ਆਦਮੀ ਨੂੰ ਮਿਲਿਆ। ਬੇਰੁਜ਼ਗਾਰੀ ਦੇ ਨਾਲ ਜੂਝਦੇ ਦੇਸ਼ ਦੇ ਨੌਜਵਾਨਾਂ ਨੂੰ ਕੰਮ ਦੇ ਲਈ ਮੌਕੇ ਮਿਲੇ ਨੇ। ਜੋ ਰਾਜਨੀਤਿਕ ਵਿਸ਼ਲੇਸ਼ਕ ਸਨ 10 ਸਾਲ ਪਹਿਲਾਂ ਕਹਿ ਰਹੇ ਸਨ ਕਿ ਦੇਸ਼ ਗੁਲਾਮੀ ਦੇ ਨਵੇਂ ਦੌਰ ਦੇ ਵਿੱਚ ਪਹੁੰਚ ਜਾਵੇਗਾ, ਗਰੀਬ ਹੋਰ ਗਰੀਬ ਹੋ ਜਾਵੇਗਾ, ਉਹ ਸਾਰੇ ਗਲਤ ਸਾਬਤ ਹੋਏ। ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਗਰੀਬੀ ਦੇ ਵਿੱਚ ਕਮੀ ਦਰਜ ਕੀਤੀ ਗਈ। ਪਹਿਲੀ ਵਾਰ ਭਾਰਤ ਦਾ ਨਾਂ ਦੁਨੀਆ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੀ ਅਰਥ ਵਿਵਸਥਾਵਾਂ ਦੇ ਵਿੱਚ ਆ ਗਿਆ। ਇਸ ਲਈ ਵਾਜਪੇਈ ਸਰਕਾਰ ਨੇ ਵੀ ਇੰਡੀਆ ਸ਼ਾਈਨਿੰਗ ਦਾ ਨਾਅਰਾ ਦਿੱਤਾ। ਜ਼ਰਾ ਸੋਚੋ, ਜੇਕਰ ਸਿਆਸਤਦਾਨਾਂ ਤੇ ਉਦਯੋਗਪਤੀਆਂ ਦੇ ਦਬਾਅ ਦੇ ਵਿੱਚ ਆ ਕੇ ਨਰਸਿੰਘ ਰਾਓ ਤੇ ਮਨਮੋਹਨ ਸਿੰਘ ਨੇ ਆਰਥਿਕ ਸੁਧਾਰਾਂ ਤੋਂ ਹੱਥ ਖਿੱਚ ਲਿਆ ਹੁੰਦਾ ਜਾਂ 2 ਕਦਮ ਪਿੱਛੇ ਮੋੜ ਦਿੱਤੇ ਹੁੰਦੇ ਤਾਂ ਕੀ ਹੁੰਦਾ? ਕਿ ਆਉਣ ਵਾਲੀਆਂ ਸਰਕਾਰਾਂ ਅਜਿਹੇ ਸੁਧਾਰਾਂ ਨੂੰ ਸ਼ੁਰੂ ਕਰਨ ਦਾ ਸਾਹਸ ਕਰ ਪਾਉਂਦੀਆਂ? ਆਰਥਿਕ ਸੁਧਾਰ ਸ਼ੁਰੂ ਕਰਦੀਆਂ ਵੀ ਤਾਂ ਉਦੋਂ ਤੱਕ ਕਿੰਨਾ ਸਮਾਂ ਬਰਬਾਦ ਹੋ ਚੁੱਕਿਆ ਹੋਣਾ ਸੀ। ਕਹਿਣ ਦਾ ਮਤਲਬ ਸਿਰਫ ਇਹੀ ਹੈ ਕਿ ਨਵੇਂ ਸੁਧਾਰਾਂ ਨੂੰ ਹਮੇਸ਼ਾ ਗੁਣਾਂ ਜਾਂ ਦੋਸ਼ਾਂ ਦੇ ਆਧਾਰ ਤੇ ਤੋਲਿਆ ਜਾਣਾ ਚਾਹੀਦਾ ਹੈ, ਰਾਜਨੀਤਿਕ ਚਸ਼ਮੇ ਜਾਂ ਨਿਰਾਧਾਰ ਸ਼ੰਕਾਵਾਂ ਦੇ ਆਧਾਰ ਤੇ ਨਹੀਂ। ਇਸ ਲਈ ਨਵੇਂ ਖੇਤੀ ਕਾਨੂੰਨਾਂ ਨੂੰ ਵੀ ਅੱਜ ਨਵੀਂ ਰੋਸ਼ਨੀ ਦੇ ਵਿੱਚ ਦੇਖਣ ਦੇ ਵਿੱਚ ਸਮਝਦਾਰੀ ਹੈ। ਇਸ ਵੇਲੇ ਵੀ 1991 ਵਰਗੀ ਰਾਜਨੀਤੀ ਕੀਤੀ ਜਾ ਰਹੀ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰੀਬ ਸਾਰੇ ਸਿਆਸੀ ਦਲ ਇੱਕ ਸੁਰ ਦੇ ਵਿੱਚ ਮਿਲ ਕੇ ਕਰ ਰਹੇ ਨੇ। ਉਹਨਾਂ ਦਾ ਵਿਰੋਧ ਕਰਨਾ ਵੀ ਸੁਭਾਵਿਕ ਹੈ।
ਇਹ ਉਹਨਾਂ ਦੀ ਸਿਆਸਤ ਹੈ। ਸਿਰਫ ਦੇਸ਼ ਦੇ ਕਿਸਾਨ ਜਿਨ੍ਹਾਂ ਦੇ ਭਲੇ ਦੇ ਲਈ ਇਹ ਕਾਨੂੰਨ ਲਿਆਂਦੇ ਗਏ ਨੇ ਉਹ ਵੀ 30 ਸਾਲ ਪਹਿਲਾਂ ਹੀ ਉਦਯੋਗਪਤੀਆਂ ਦੀ ਤਰ੍ਹਾਂ ਵਿਰੋਧ ਕਰ ਰਹੇ ਨੇ। ਤਾਂ ਇਹਨਾਂ ਤੇ ਕਿਸਾਨ ਸੰਗਠਨਾਂ ਤੇ ਉਹਨਾਂ ਦੇ ਅਸਲੀ ਤੇ ਰਾਜਨੀਤਿਕ ਨੇਤਾਵਾਂ ਨੂੰ ਖਾਸ ਵਿਚਾਰ ਕਰਨ ਦੀ ਲੋੜ ਹੈ। ਕਿਤੇ ਉਹ ਉਹੀ ਗਲਤੀ ਤਾਂ ਨਹੀਂ ਕਰ ਰਹੇ ਜੋ 1991 ਦੇ ਬਾਅਦ ਦੇਸੀ ਉਦਯੋਗਪਤੀਆਂ ਨੇ ਕੀਤੀ ਸੀ। ਇਹ ਕਾਨੂੰਨ ਆਮ ਕਿਸਾਨਾਂ ਨੂੰ ਨਵਾਂ ਬਾਜ਼ਾਰ, ਬਿਹਤਰ ਕੀਮਤਾਂ ਤੇ ਜੀਵਨ ਸਤਰ ਸੁਧਾਰਨ ਦੇ ਉਦੇਸ਼ ਦੇ ਨਾਲ ਬਣਾਏ ਗਏ ਨੇ। ਖੇਤੀ ਮਾਹਰ ਤੱਥਾਂ ਦੇ ਨਾਲ ਕਹਿ ਚੁੱਕੇ ਨੇ ਕਿ ਨਵੇਂ ਕਾਨੂੰਨਾਂ ਦਾ ਫਾਇਦਾ 3 ਤੋਂ 5 ਸਾਲਾਂ ਦੇ ਅੰਦਰ ਦੇਖਣ ਨੂੰ ਮਿਲੇਗਾ। ਆਮ ਕਿਸਾਨ ਦੀ ਆਮਦਨ ਕਈ ਗੁਣਾ ਵਧੇਗੀ। ਮੰਡੀ ਦੇ ਵਿੱਚ 10 ਰੁਪਏ ਦੇ ਵਿੱਚ ਵਿਕਣ ਵਾਲੀ ਜਿਸ ਗੋਭੀ ਦਾ ਭਾਅ ਕਿਸਾਨ ਨੂੰ 2 ਰੁਪਏ ਮਿਲਦਾ ਹੈ, ਜਿਹਨੂੰ ਕਈ ਵਾਰ ਖੇਤ ਦੇ ਵਿੱਚ ਹੀ ਜੋਤ ਦੇਣਾ ਪੈਂਦਾ ਹੈ ਕਿਉਂਕਿ ਮੰਡੀ ਲਿਜਾਣ ਦੀ ਲਾਗਤ ਵੀ ਨਹੀਂ ਨਿਕਲਦੀ, ਉਸ ਗੋਭੀ ਦੇ ਭਾਅ ਕਿਸਾਨ ਨੂੰ ਉਸਦੇ ਖੇਤੀ ਤੇ ਕਰਾਰ ਕਰਨ ਤੇ ਹੀ 6-7 ਰੁਪਏ ਵੀ ਮਿਲ ਜਾਣਗੇ। ਅਜਿਹੇ ਵਿੱਚ ਹੁਣ ਕਿਸਾਨਾਂ ਦੇ ਸ਼ੁਭਚਿੰਤਕ ਕਿਸਾਨ ਨੇਤਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਠੋਸ ਤੱਥਾਂ ਦੇ ਆਧਾਰ ਤੇ ਇਹਨਾਂ ਕਾਨੂੰਨਾਂ ਨੂੰ ਦੇਖੇ। ਜਿਹੜੀਆਂ ਗੱਲਾਂ ਕਾਨੂੰਨ ਦੇ ਵਿੱਚ ਹੈ ਹੀ ਨਹੀਂ ਉਹਨਾਂ ਦਾ ਝੂਠਾ ਡਰ ਨਾ ਦਿਖਾਉਣ। ਫਿਰ ਵੀ ਉਹਨਾਂ ਦੇ ਮਨ ਦੇ ਵਿੱਚ ਕੁਝ ਸ਼ੰਕਾਵਾਂ ਨੇ ਤਾਂ ਠੋਸ ਤੱਥਾਂ ਦੇ ਆਧਾਰ ਤੇ ਆਪਣਾ ਪ੍ਰਸਤਾਵ ਤਿਆਰ ਕਰਕੇ ਸਰਕਾਰ ਨੂੰ ਭੇਜਣ। ਉਹ ਲਿਖਤ ਦੇ ਵਿੱਚ ਸਰਕਾਰ ਨੂੰ ਕੁਝ ਪ੍ਰਸਤਾਵ ਦੇਣਗੇ ਤਾਂ ਉਹਨਾਂ ਦੀ ਗੰਭੀਰਤਾ ਪਤਾ ਚੱਲੇਗੀ। ਉਦੋਂ ਦੇਸ਼ ਵੀ ਜਾਣੇਗਾ ਕਿ ਕਿਸਾਨਾਂ ਦਾ ਡਰ ਕਿੰਨਾ ਸਹੀ ਹੈ। ਜਦ ਕੇਂਦਰ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ 1.5 ਸਾਲ ਦੇ ਲਈ ਪੋਸਟਪੋਨ ਕਰ ਦਿੱਤਾ ਹੈ ਤਾਂ ਕਿਸੇ ਵੀ ਸਮੇਂ ਸੋਧ ਦੇ ਪ੍ਰਸਤਾਵਾਂ ਤੇ ਗੱਲਬਾਤ ਦਾ ਪ੍ਰਸਤਾਵ ਵੀ ਦਿੱਤਾ ਜਾ ਸਕਦਾ ਹੈ। ਤਾਂ ਕਿਸਾਨ ਨੇਤਾ ਤੇ ਕਿਸਾਨ ਭਰਾਵੋ, ਤੁਹਾਡਾ ਤੇ ਸਾਰੇ ਭਾਰਤ ਦੇਸ਼ ਦਾ ਹਿੱਤ ਵੀ ਇਸੇ ਦੇ ਵਿੱਚ ਹੈ ਕਿ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ ਜ਼ਿੱਦ ਛੱਡੋ ਤੇ ਗੱਲਬਾਤ ਦੇ ਜ਼ਰੀਏ ਠੋਸ ਤੱਥਾਂ ਦੇ ਆਧਾਰ ਤੇ ਜੋ ਜ਼ਰੂਰੀ ਸੋਧ ਚਾਹੁੰਦੇ ਹੋ ਉਹ ਕਰਵਾ ਲਵੋ ਅਤੇ ਦੇਸ਼ ਨੂੰ ਪਿੱਛੇ ਜਾਣ ਤੋਂ ਬਚਾ ਲਓ। ਭਾਰਤੀ ਕਿਸਾਨਾਂ ਨੂੰ ਵੀ ਤਰੱਕੀ ਕਰਨ ਦਾ ਹੱਕ ਹੈ।